ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਅੱਜ ਦਾ ਪ੍ਰੋਗਰਾਮ ਕਰੰਟ ਅਫੇਅਰਸ ਲੈ ਕੇ ਮੈਂ ਹਾਜ਼ਰ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦੇ ਉੱਤੇ ਅਸੀਂ ਚਰਚਾ ਕਰਦੇ ਹਾਂ ਤੇ ਮੇਰਾ ਸਾਥ ਦਿੰਦੇ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ। ਸੋ ਸਭ ਤੋਂ ਪਹਿਲਾਂ ਪੱਟੀ ਸਾਹਿਬ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾ ਸਵਾਲ ਜਿਹੜਾ ਮੇਰਾ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਆ। ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਵੀ ਕਾਫੀ ਚੱਲ ਰਹੀ ਹੈ, ਵੀ ਹੁਣ ਸੁਣਨ ਦੇ ਵਿੱਚ ਆਇਆ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਪਾਕਿਸਤਾਨ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਉਹ ਬਣੇਗਾ। ਸੋ ਇਹ ਪੂਰਾ ਜਿਹੜੀ ਗੱਲਬਾਤ ਹੈ ਮੈਂ ਚਾਹੂੰਗਾ ਦਰਸ਼ਕਾਂ ਨਾਲ ਤੁਸੀਂ ਸਾਂਝੀ ਕਰੋ। ਜਿਹੜੇ ਸਾਡੇ ਇੱਕ ਸ਼ਬੀਰ ਸ਼ਾਹ ਜੀ ਨੇ ਪਾਕਿਸਤਾਨ ਦੇ ਇੱਕ ਸਾਹਿਤਕਾਰ ਨੇ ਜੀ, ਉਹਨਾਂ ਇੱਕ ਪੋਸਟ ਪਾਈ ਜਿਹੜੀ ਬਾਅਦ 'ਚ ਡਿਲੀਟ ਕਰ ਦਿੱਤੀ ਕੁਛ ਕਾਰਨਾਂ ਕਰਕੇ ਜੀ, ਔਰ ਉਹਨਾਂ ਨੇ ਕਿਹਾ ਵੀ ਦੁਨੀਆ ਭਰ ਦਾ ਸਭ ਤੋਂ ਵੱਡਾ ਗੁਰਦੁਆਰਾ ਬਣ ਗਿਆ ਜਿਹੜਾ 450 ਏਕੜ ਦੇ ਵਿੱਚ ਜਿਹਦੀ ਮਦਦ ਕੀਤੀ ਹੋਈ। ਜੀ, ਹੁਣ 450 ਏਕੜ ਆਏ ਕਿੱਥੋਂ? ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹੁੰਦੇ ਆ ਵੀ ਇਹਦਾ ਕਰਤਾਰਪੁਰ ਨਾਂ ਕਿਉਂ ਪਾਇਆ ਗਿਆ, ਜਿਹੜੀ ਦੋ ਭਰਾਵਾਂ ਜ਼ਿਕਰ ਕਰਦੇ ਵੀ ਦੋ ਭਰਾ ਸੀ, ਛੋਟਾ ਤੇ ਵੱਡਾ। ਜੀ, ਵੀ ਜਦੋਂ ਉਹਨਾਂ ਨੇ ਬੋਲ ਦੋਵਾਂ ਨੇ ਵੰਡ ਲਏ ਆਪਣੀ ਕਣਕ ਨੂੰ ਜਿਹੜੀ ਫਸਲ ਦੀ ਕਰਕੇ ਸਾਫ਼ ਕਰਕੇ, ਤੇ ਵੱਡੇ ਭਰਾ ਨੂੰ ਕਹਿੰਦਾ ਜੀ ਤੁਸੀਂ ਜਾ ਕੇ ਪ੍ਰਸ਼ਾਦਾ ਛਕੋ, ਜੀ, ਮੈਂ ਬਾਅਦ ਚੱਲ ਜੂੰਗਾ। ਤੇ ਛੋਟੇ ਭਰਾ ਨੇ ਕਿਹਾ ਵੀ ਵੇਖੋ ਜੀ ਮੇਰੇ ਵੱਡੇ ਭਰਾ ਦੇ ਬੜੇ ਖਰਚੇ ਨੇ, ਉਹਦਾ ਪਰਿਵਾਰ ਵੱਡਾ ਤੇ ਮੇਰਾ ਇੱਕ ਫਰਜ਼ ਬਣਦਾ ਵੀ ਮੈਂ ਉਹਦਾ ਖਿਆਲ ਰੱਖਾਂ। ਉਹਨੇ 500 ਪੀਪੇ ਭਰ ਕੇ ਜਿਹੜੇ ਸੀ ਉਹ ਉਹਦੇ ਬੋਲ ਤੇ ਪਾਤੇ। ਜੀ, ਜਦੋਂ ਉਹ ਆਇਆ ਤੇ ਮੁੜ ਕੇ ਛੋਟਾ ਭਰਾ ਗਿਆ। ਜਦੋਂ ਛੋਟਾ ਭਰ ਗਿਆ ਤੇ ਵੱਡੇ ਨੇ ਸੋਚਿਆ ਵੀ ਮੇਰੀ ਜ਼ਿੰਮੇਵਾਰੀ ਬਣਦੀ ਆ, ਮੇਰਾ ਛੋਟਾ ਭਰਾ ਵਾ। 500 ਪੀਪੇ ਉਹਨੇ ਆਪਣੇ ਬੋਲ ਤੋਂ ਭਰੇ ਤੇ ਉਹਦੇ ਤੇ ਪਾ ਦਿੱਤੇ। ਜੀ, ਤੇ ਗੁਰੂ ਨਾਨਕ ਪਾਤਸ਼ਾਹ ਦਾ ਉੱਥੇ ਲਾਗੇ ਸਹੁਰੇ ਦਾ ਪਿੰਡ ਸੀ, ਜਾਂਦੇ ਆਉਂਦੇ ਸੀਗੇ ਉਹ। ਤੇ ਜਦੋਂ ਗੁਰੂ ਨਾਨਕ ਸਾਹਿਬ ਨੂੰ ਪਤਾ ਲੱਗਾ ਵੀ ਇੱਥੇ ਘਟਨਾ ਵਾਪਰੀ ਹੈ ਤੇ ਉਹਨਾਂ ਨੇ ਕਿਹਾ ਵੀ ਕਰਤਾਰ ਇੱਥੇ ਹੀ ਵਸਦਾ ਵਾ, ਉੱਥੋਂ ਕਰਤਾਰਪੁਰ ਪਿਆ। ਜੀ, ਤੇ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਉੱਥੇ ਆਪਣਾ ਪ੍ਰਚਾਰ ਆਰੰਭ ਕਰ ਦਿੱਤਾ, ਉਹਨਾਂ ਦੇ ਅੰਦਰ ਵੀ ਜਿਹੜੀ ਇਹ ਸਲਤਨਤ ਸੀ ਕਰੋੜੀ ਸ਼ਾਹ ਦੀ ਹੁੰਦੀ ਸੀ। ਜੀ, ਲਾਹੌਰ ਤੇ ਕਬਜ਼ਾ ਇਹ ਲਾਗੇ ਲਾਗੇ ਸਾਰਾ ਉਹਦਾ ਸੀ। ਤੇ ਕੁਝ ਮਾੜੇ ਬੰਦੇ ਵੀ ਹੁੰਦੇ, ਉਹਨਾਂ ਜਾ ਕੇ ਉਹਨੂੰ ਚੁੱਕਿਆ ਵੀ ਕਰੋੜੀ ਸ਼ਾਹ ਜੀ ਵੇਖੋ ਤੁਸੀਂ, ਤੁਹਾਡੀ ਸਲਤਨਤ ਤੇ ਉਹ ਸਾਧ ਇੱਕ ਕੇ ਬਹਿ ਗਿਆ ਉੱਥੇ, ਤੇ ਉਹਦੀ ਮੰਨਤਾ ਬੜੀ ਹੋਣੀ, ਕੱਲ੍ਹ ਉੱਠੂਗਾ ਕਿੱਦਾਂ? ਤੇ ਕਰੋੜੀ ਸ਼ਾਹ ਨੇ ਆਪਣੇ ਨਾਲ ਕੁਝ ਸੈਨਿਕ ਲੈ ਤੇ ਚੜ੍ਹਾਈ ਕਰਤੀ ਵੀ ਕੱਢੀਏ ਸਾਧ ਨੂੰ। ਜਦੋਂ ਉਹ ਕਰਤਾਰਪੁਰ ਦੇ ਲਾਗੇ ਗਿਆ ਤੇ ਉਹਨੂੰ ਕਹਿੰਦੇ ਆ, ਜੋ ਸਾਖੀ ਕਹਿੰਦੀ ਆ ਵੀ ਉਹਨੂੰ ਦਿਸਣਾ ਬੰਦ ਹੋ ਗਿਆ। ਜਦੋਂ ਪਿਛਲੇ ਪਾਸੇ ਵੇਂਦਾ ਦਿਖਾਈ ਦਿੰਦਾ ਵਾ, ਜੋ ਅੱਗੇ ਵੇਂਦਾ ਦਿਖਾਈ ਕੁਛ ਨਹੀਂ ਦਿੰਦਾ। ਜੀ, ਤੇ ਜਿਹੜੇ ਦੋ ਭਰਾਵਾਂ ਦੇ ਕਰਕੇ ਆਪਾਂ ਕਰਤਾਰਪੁਰ ਦੀ ਗੱਲ ਕਰਦੇ ਹਾਂ, ਜੀ, ਉਹਨਾਂ 'ਚ ਇੱਕ ਕਹਿੰਦਾ ਵੀ ਕੀ ਗੱਲ ਹੈ ਜੀ ਕਰੋੜੀ ਸ਼ਾਹ ਜੀ, ਕੀ ਤੁਸੀਂ ਕਿਉਂ ਇੱਥੇ ਬੜੇ ਆਵਾਜ਼ਾਂ 'ਚ ਲੱਗਦੇ ਹੋ? ਕਹਿੰਦਾ ਯਾਰ ਮੈਂ ਜਦੋਂ ਅੱਗੇ ਵੇਂਦਾ ਮੈਨੂੰ ਰੀਦਾ ਕੱਖ ਨਹੀਂ, ਜੋ ਪਿੱਛੇ ਵੇਂਦਾ ਦੱਸਦਾ ਵਾ। ਕਹਿੰਦਾ ਚੱਲੇ ਕਿੱਥੇ ਹੋ? ਕਹਿੰਦਾ ਜਿਹੜਾ ਨਾਨਕ ਬੈਠਾ ਨਾ ਇੱਥੇ ਸਾਡੀ ਜਗ੍ਹਾ 'ਚ ਬੈਠਾ, ਉਹਨੂੰ ਠਾਉਣ ਚੱਲੇ ਸੀ। ਉਹ ਅੱਗੋਂ ਮੁਸਕਰਾਇਆ, ਕਹਿੰਦਾ ਕਰੋੜੀ ਸ਼ਾਹ ਉਹ ਕੋਈ ਸਾਧ ਨਹੀਂ ਗਾ, ਕੋਈ ਐਰਾ ਵਗੈਰਾ ਨਹੀਂ ਗਾ, ਉਹ ਲਾਈ ਨੂਰ ਆ, ਰੱਬ ਦਾ ਭਗਤ ਆ ਕੋਈ। ਕਹਿੰਦਾ ਫੇਰ? ਕਹਿੰਦਾ ਜੇ ਤੂੰ ਉਹਨੂੰ ਮਿਲਣਾ ਚਾਹੁੰਦਾ ਵਾ ਤੇ ਇੱਥੇ ਆਪਣੇ ਘੋੜੇ ਘਾੜੇ ਬੰਨ੍ਹ ਦੇ, ਜੁੱਤੀ ਲਾ ਦੇ, ਨੰਗੇ ਪੈਰੀ ਹੱਥ ਜੁੜ ਕੇ ਜਾ, ਤੈਨੂੰ ਸਭ ਕੁਝ ਦਿਸੂਗਾ। ਜਦੋਂ ਕਰੋੜੀ ਸ਼ਾਹ ਘੋੜੇ ਤੋਂ ਉਤਰ ਕੇ ਜੁੱਤੀ ਲਾ ਕੇ ਤੁਰਿਆ ਤੇ ਸਭ ਕੁਝ ਦੱਸਣ ਲੱਗ ਪਿਆ ਉਹਨੂੰ। ਤੇ ਬਾਬੇ ਨਾਨਕ ਦੇ ਚਰਨਾਂ ਜਾ ਕੇ ਨਮਸਕਾਰ ਕੀਤੀ। ਉਹ ਟੱਕ 500 ਏਕੜ ਦਾ ਸੀਗਾ। ਉਹਨੇ ਫਿਰ ਕਿਹਾ ਵੀ ਆਹ ਅੱਜ ਤੋਂ ਬਾਅਦ ਆਪਣਾ ਨਹੀਂ, ਇਹ ਕਰਤਾਰਪੁਰ ਦੇ ਨਾਂ ਤੇ, ਜੀ, ਬਾਬੇ ਨਾਨਕ ਦੇ ਨਾਂ ਤੇ ਇਹ ਟੱਕ ਰਹੇਗਾ। ਇਹ ਉਹਦੀ ਜ਼ਮੀਨ ਦੀ ਗੱਲ ਕੀਤੀ ਸ਼ਬੀਰ ਸ਼ਾਹ ਨੇ ਵੀ 450 ਏਕੜ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈਗੀ ਹੈ ਮਤਲਬ। ਹਾਂਜੀ ਹਾਂਜੀ ਜੀ, 450 ਏਕੜ 'ਚ ਬਣਿਆ ਗੁਰਦੁਆਰਾ। ਤੇ ਚੰਗੀ ਗੱਲ ਆ। ਅਗਲੀ ਦੂਸਰੀ ਗੱਲ, ਜਿਹੜੇ ਉੱਥੇ ਆਸਫ ਅਲੀ ਕੀ ਨਾਂ ਉਹਨਾਂ ਦਾ ਇੰਜੀਨੀਅਰ ਆ, ਜੀ, ਉਹ ਕਹਿੰਦੇ ਜੀ ਅਸੀਂ 16 ਪਲੰਥਾਂ ਬਣਾ ਰਹੇ ਹਾਂ ਤੇ ਸੰਗਮਰ ਲਾ ਰਹੇ ਹਾਂ, ਅਸੀਂ ਸਰੋਵਰ ਬਣਾ ਰਹੇ ਹਾਂ, ਟਾਈਲਾਂ ਲੱਗ ਰਹੀਆਂ ਉੱਤੇ ਵਧੀਆ ਵਧੀਆ। ਜਿਹੜੇ ਸੰਗਮਰ ਲਾ ਰਹੇ ਅਸੀਂ 12 ਦੇ ਉੱਤੇ ਪਲੰਥਾਂ ਤਿਆਰ ਕਰ ਦਿੱਤੀਆਂ ਵਾ, ਜੀ, 4 ਰਹਿ ਗਿਆ ਤੋਂ ਵੀ ਅਸੀਂ 10-15 ਦਿਨ ਦੇ ਵਿੱਚ ਤਿਆਰ ਕਰ ਲਾਂਗੇ ਅਸੀਂ। ਹੁਣ ਉਹ ਕਹਿੰਦੇ ਵੀ ਜਿਹੜਾ ਦਰਸ਼ਨ ਜੋੜੀ ਬਣ ਜਾ ਰਹੀ ਆ ਉਹਦੇ ਉੱਤੇ ਬਾਕੀ ਦਰਸ਼ਨ ਜੋੜੀ ਤਿਆਰ ਹੋ ਗਈ ਆ, ਉੱਤੇ ਗੁੰਬਦ ਬਣ ਰਿਹਾ ਵਾ। ਜੀ, ਗੁੰਬਦ ਦੀ ਤਿਆਰੀ ਕੀਤੀ ਜਾ ਰਹੀ ਹੈ। ਮਤਲਬ ਕਿ ਉਸ ਪਾਸੇ ਵਾਲੇ ਪਾਸੇ ਲਗਭਗ ਸਾਰਾ ਕੰਮ ਕੰਪਲੀਟ ਆ। ਹੁਣ ਅਗਲੀ ਮੀਟਿੰਗ ਜਿਹੜੀ ਆ ਮੇਰੇ ਖਿਆਲ ਅਗਲੇ ਹਫ਼ਤੇ ਜਾਂ ਉਦੋਂ ਅਗਲੇ ਹਫ਼ਤੇ ਹੋਣ ਵਾਲੀ ਹੈ ਹਿੰਦੁਸਤਾਨ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੇ ਵਿੱਚ। ਜੀ ਜੀ, ਤੇ ਉਸ ਮੀਟਿੰਗ 'ਚ ਫਾਈਨਲ ਮੀਟਿੰਗ ਹੋਏਗੀ, ਉਹਦੇ ਵਿੱਚ ਸਾਰਾ ਅਸੀਂ ਜਿਹੜਾ ਵਾ ਸਾਰਾ ਕੀਤਾ ਜਾਏਗਾ ਵੀ ਅਗਲਾ ਪ੍ਰੋਗਰਾਮ ਕੀ ਹੈਗਾ।
ਕਿਵੇਂ ਸੰਗਤ ਜਾਣੀ ਹੈ, ਕਿਵੇਂ ਆਉਣੀ ਹੈ, ਇਮੀਗ੍ਰੇਸ਼ਨ ਕਿੱਥੇ ਹੋਣੀ, ਉਹ ਸਾਰਾ ਕਰਨਾ ਹੁੰਦਾ। ਜਿਹੜੀ ਉੱਥੇ ਹੁਣ ਇਸ ਵੇਲੇ ਕੋਈ 700 ਫੁੱਟ ਜਾਂ 700 ਗਜ਼ ਦੇ ਵਿੱਚ ਜਿਹੜਾ ਇੱਕ ਹਾਲ ਬਣ ਰਿਹਾ ਸੰਗਤਾਂ ਦੇ ਬੈਠਣ ਵਾਸਤੇ, ਉਹਦੇ ਲਈ ਤਿਆਰੀ ਕੀਤੀ ਜਾ ਰਹੀ ਹੈ। ਅਤੇ ਮੈਂ ਸੋਚਦਾ ਵੀ ਜੇ ਉੱਥੇ ਇਸ ਪਾਸੇ ਇੰਨਾ ਕੰਮ ਹੋ ਗਿਆ ਅਤੇ ਗਾਂਹ ਕਰ ਰਹੇ ਨੇ, ਉਹ ਸਾਡੇ ਤੋਂ ਜ਼ਿਆਦਾ ਤੇਜ਼ ਅਤੇ ਸਾਡੇ ਤੋਂ ਜ਼ਿਆਦਾ ਜਿਹੜਾ ਉਹ ਡੇਲੀ ਕੰਮ ਕਰ ਰਿਹਾ, ਉਸ ਪਾਸੇ ਜ਼ਿਆਦਾ ਜਿਹੜਾ ਸੀ ਕੰਮ ਹੋਣ ਵਾਲਾ ਸੀਗਾ। ਅਗਲੀ ਗੱਲ ਜਿਹੜਾ ਉਹਨਾਂ ਨੇ ਪੁਲ ਬਣਾਉਣ ਦੀ ਗੱਲ ਕੀਤੀ ਵੀ ਅਸੀਂ ਪੁਲ ਵੀ ਬਣਾ ਦਿਆਂਗੇ, ਹਾਲ ਦੀ ਘੜੀ ਸਮਾਂ ਨਹੀਂ ਸਾਡੇ ਕੋਲ ਇੰਨਾ ਹੈਗਾ, ਆਉਣ ਵਾਲੇ ਸਮਾਂ ਵੀ ਪੁਲ ਵੀ ਬਣ ਜਾਏਗਾ। ਅਤੇ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਮੈਂ ਸੋਚਦਾ ਵੀ ਇਹ ਲਾਂਘਾ ਜਿਹੜਾ ਵਾ ਨਾ ਕਈ ਹੋਰ ਲਾਂਘੇ ਲੈ ਕੇ ਆਵੇ। ਜੀ ਸੋ ਭੱਟੀ ਸਾਹਿਬ, ਅਗਲਾ ਸਵਾਲ ਜਿਹੜਾ ਵਾ ਉਹ ਵੀ ਬੜਾ ਅਹਿਮ ਹੈ। ਪੰਜਾਬ ਦੇ ਵਿੱਚ ਜਿਮਨੀ ਚੋਣ ਜਿਹੜੀ ਆ ਉਹ ਹੋਣ ਜਾ ਰਹੀ ਹੈ। 4 ਜਿਹੜੇ ਹਲਕੇ ਆ ਉਹਨਾਂ ਦੇ ਵਿੱਚ, ਜਿਹਦੇ ਵਿੱਚ ਫਗਵਾੜਾ, ਮੁੱਲਾਂਪੁਰ, ਦਾਖਾਂ, ਜਲਾਲਾਬਾਦ ਅਤੇ ਮੁਕੇਰੀਆਂ ਦੀ ਗੱਲ ਜੇ ਕਰੀਏ ਤਾਂ ਕਦੋਂ ਇਹ ਚੋਣ ਜਿਹੜੀ ਆ ਹੋਣ ਜਾ ਰਹੀ ਹੈ? ਕੱਲ੍ਹ ਨੂੰ ਕਾਂਗਰਸ ਦੀ ਮੀਟਿੰਗ ਵੀ ਹੈਗੀ ਆ, ਸੋ ਇਹਦੇ ਬਾਰੇ 'ਚ ਕਿਵੇਂ ਦੀਆਂ ਸਰਗਰਮੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ? ਜਿਹੜੀ 4 ਵਿਧਾਨ ਸਭਾ ਦੀ ਜਿਮਨੀ ਚੋਣ ਹੋ ਰਹੀ ਹੈ ਜੀ, ਆਮ ਤੌਰ 'ਤੇ ਕਿਹਾ ਜਾਂਦਾ ਜਿਮਨੀ ਚੋਣ ਜਿਹੜੀ ਆ ਉਹ ਹਾਕਮ ਧਿਰ ਜਿਹੜੀ ਹੁੰਦੀ ਉਹ ਜਿੱਤ ਜਾਂਦੀ ਜੀ। ਅਤੇ ਕੈਪਟਨ ਸਾਹਿਬ ਨੇ ਇਹ ਦਾਅਵਾ ਵੀ ਕਰ ਦਿੱਤਾ ਵੀ ਅਸੀਂ ਇਹ ਜਿੱਤਾਂਗੇ ਸੀ ਜੀ। ਹਜੇ ਹਾਲ ਦੀ ਘੜੀ ਜਿਹੜੇ ਸਾਡੇ ਜਾਖੜ ਸਾਹਿਬ ਆ ਉਹਨਾਂ ਦੇ ਵਾਸਤੇ ਪ੍ਰੈਸਟ ਇਸ਼ੂ ਬਣ ਗਿਆ ਹੈ 4 ਚੋਣ ਜਿੱਤਣ ਦਾ ਜੀ। ਅਤੇ 2 ਜਿਹੜੀ ਵਿਧਾਨ ਸਭਾ ਹਲਕਾ, 2 ਜਿਹੜੇ ਸੀ MLA ਸੁਖਬੀਰ ਸਿੰਘ ਬਾਦਲ ਅਤੇ ਸੋਮ ਪ੍ਰਕਾਸ਼ ਜਿਹੜੇ ਸੀ ਫਗਵਾੜੇ ਤੋਂ ਜੀ, ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ, ਇਹਨਾਂ ਦੇ MP ਬਣਨ ਦੇ ਨਾਲ ਜਿਹੜਾ ਸੀ ਉਹ ਖਾਲੀ ਹੋਏ ਸੀ। ਮੁਕੇਰੀਆਂ ਤੋਂ ਜਿਹੜਾ ਰਜਨੀਸ਼ ਬੱਬੀ ਆ ਉਹਦੀ ਡੈਥ ਹੋਣ ਕਰਕੇ ਖਾਲੀ ਹੋਇਆ। ਅਤੇ ਦਾਖਾ ਤੋਂ ਲੁਧਿਆਣੇ ਲਾਗੇ ਜਿਹੜਾ ਦਾਖਾ ਵਾ ਉੱਥੋਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀਗੇ ਫੂਲਕਾ ਸਾਹਿਬ, ਹਰਿੰਦਰ ਸਿੰਘ ਫੂਲਕਾ, ਪ੍ਰਸਿੱਧ ਐਡਵੋਕੇਟ ਜੀ, ਉਹਨਾਂ ਵੱਲੋਂ ਅਸਤੀਫਾ ਦੇਣ ਕਰਕੇ ਖਾਲੀ ਹੋਇਆ। ਵੇਖਣਾ ਇਹ ਹੈਗਾ ਵੀ ਹੁਣ ਜਿਹੜੀ ਜਲਾਲਾਬਾਦ ਸੀਟ ਆ, ਜਲਾਲਾਬਾਦ ਸੀਟ ਦੇ ਉੱਤੋਂ 75,000 ਜਾਂ ਲੀਡਰ ਜਿੱਤੀ, ਪਹਿਲਾਂ ਜਿੱਤੀ ਉਹਨਾਂ ਨੇ 75,000 ਵੋਟ ਮਿਲੇ ਇਹਨਾਂ ਨੂੰ ਜੀ ਵਿਧਾਨ ਸਭਾ ਦੇ ਵਿੱਚ ਜੀ। ਅਤੇ ਜਦੋਂ ਹੁਣ ਇਹਨਾਂ ਨੇ ਲੋਕ ਸਭਾ ਚੋਣ ਲੜੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਉੱਥੋਂ 85,000 ਮਿਲੇ ਜੀ। ਦੂਸਰੇ ਨੰਬਰ 'ਤੇ ਜਦੋਂ ਵਿਧਾਨ ਸਭਾ ਚੋਣ ਲੜੀ ਸੀ ਉੱਥੇ ਭਗਵੰਤ ਮਾਨ ਆਇਆ ਸੀ ਜੀ ਜੀ। ਅਤੇ ਤੀਸਰੇ ਨੰਬਰ 'ਤੇ ਰਵਨੀਤ ਬਿੱਟੂ ਆਇਆ ਸੀ ਕਾਂਗਰਸ ਦਾ ਉਮੀਦਵਾਰ, ਜਿਹਨੂੰ 31,000 ਵੋਟ ਮਿਲੇ ਸੀ ਅਤੇ ਇਹਨਾਂ ਨੂੰ 46,000 ਵੋਟ ਮਿਲੇ ਸੀ, 46,000 ਮਿਲੇ ਸੀ ਹਾਂਜੀ ਭਗਵੰਤ ਮਾਨ ਜੀ ਜੀ। ਹੁਣ ਸਿਚੁਏਸ਼ਨ ਜਿਹੜੀ ਆਪਾਂ ਜਲਾਲਾਬਾਦ ਦੀ ਗੱਲ ਕਰੀਏ, ਜੇ ਸੁਖਬੀਰ ਸਿੰਘ ਬਾਦਲ ਬਾਰੇ ਜੋ ਕਿਆਸਾਂ ਲਾਈਆਂ ਜਾ ਰਹੀਆਂ ਵੀ ਉਹ ਇਲੈਕਸ਼ਨ ਲੜਨਗੇ, ਸ਼ਾਇਦ ਮੈਂ ਕਿਹਾ ਨਹੀਂ ਲੜਨਗੇ, ਲੇਕਿਨ ਆਮ ਤੌਰ 'ਤੇ ਚਰਚਾ ਵੀ ਉਹ ਇਲੈਕਸ਼ਨ ਲੜਨੀ ਚਾਹੁੰਦੇ ਆ ਜੀ। ਜੇ ਉਹ ਆਪ ਲੜਦੇ ਤਾਂ ਫਿਰ ਉਹਨਾਂ ਦੇ ਵਾਸਤੇ ਤਾਂ ਜਿਹੜੀ ਸੀਟ ਜਿੱਤਣੀ ਕੋਈ ਔਖੀ ਨਹੀਂ। ਹੁਣ ਦੂਸਰਾ ਕਿਹੜਾ ਉਮੀਦਵਾਰ ਆਏਗਾ ਤਾਂ ਉਹਨਾਂ ਦੇ ਪਰਿਵਾਰ 'ਚੋਂ ਹੀ, ਕਿਉਂ ਜਿਹੜਾ ਅਕਾਲੀ ਦਲ ਬਾਦਲ, ਉਹ ਬਾਦਲ ਪਰਿਵਾਰ ਦਾ ਅਕਾਲੀ ਦਲ ਹੈ, ਲੋਕਾਂ ਦਾ ਅਕਾਲੀ ਦਲ ਨਹੀਂ ਜੀ। ਅਤੇ ਜੇ ਉੱਥੋਂ ਆਉਂਦਾ ਤਾਂ ਸੁਖਬੀਰ ਸਿੰਘ ਬਾਦਲ ਦੀ ਇਹ ਕੋਸ਼ਿਸ਼ ਸੀ ਵੀ ਮੈਂ ਇਹ ਚੋਣ ਜਿੱਤਾਂ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦੇ ਲਈ ਇਹ ਚੁਣੌਤੀ ਹੋਏਗੀ ਵੀ ਜਿਹੜਾ ਉਹਦੇ 'ਤੇ ਕੈਪਟਨ 'ਤੇ ਇੱਕ ਠੱਪਾ ਲੱਗਾ ਵਾ ਵੀ ਭਾਈ ਇਹਨਾਂ ਦੋਵਾਂ ਦੀ 75, 35, 25 ਦੀ ਇੱਕ ਸਮਝੌਤਾ ਹੋਇਆ ਜਿਹੜਾ ਸਿੱਧੂ ਨੇ ਕਿਹਾ ਸੀ 17 ਮਈ ਨੂੰ, ਅਤੇ ਜੇ ਉਹ ਜਿੱਤਦਾ ਤਾਂ ਫਿਰ ਉਹ ਸਮਝੌਤੇ 'ਤੇ ਇੱਕ ਹੋਰ ਮੋਹਰ ਲੱਗ ਜਾਂਦੀ ਹੈ ਵੀ ਵਾਕਿਆ ਇਹਨਾਂ ਦਾ ਸਮਝੌਤਾ ਹੋਇਆ। ਅਤੇ ਜੇ ਕੈਪਟਨ ਅਮਰਿੰਦਰ ਸਿੰਘ ਜਲਾਲਾਬਾਦ ਜਿੱਤ ਜਾਂਦੇ ਆ ਅਤੇ ਫਿਰ ਥੋੜ੍ਹਾ ਜਿਹਾ ਲੋਕ ਸ਼ੰਕੀ ਪ੍ਰਗਟ ਕਰਨਗੇ ਵੀ ਨਹੀਂ ਯਾਰ ਇਹ ਗਲਤ ਵੀ ਹੋ ਸਕਦਾ ਜੀ। ਲੇਕਿਨ ਸੁਖਬੀਰ ਸਿੰਘ ਬਾਦਲ ਦੀ ਇਹ ਪੂਰੀ ਕੋਸ਼ਿਸ਼ ਸੀ ਮੈਂ ਚੁਣ ਜਿੱਤਾਂ ਜੀ। ਅੱਗੇ ਚੱਲਦੇ ਤੁਸੀਂ ਦਾਖਾ ਹਲਕੇ ਤੋਂ ਜੀ। ਦਾਖਾ ਹਲਕੇ ਤੋਂ ਉਸ ਟਾਈਮ 'ਤੇ ਕਾਂਗਰਸ ਦਾ ਇੱਕ ਹੈਗਾ ਸੀ ਮੇਜਰ ਸਿੰਘ ਸੀਗਾ, ਇੱਕ ਆਪਣੇ ਫੂਲਕਾ ਸੀਗਾ ਜੀ ਆਮ ਆਦਮੀ ਪਾਰਟੀ ਦੇ, ਇੱਕ ਆਲੀ ਸੀਗਾ ਮਨਪ੍ਰੀਤ ਸਿੰਘ ਆਲੀ ਕਾਂਗਰਸ ਅਕਾਲੀਆਂ ਦਾ। ਉਹਦੇ ਵਿੱਚ ਜਿਹੜੇ ਫੂਲਕਾ ਸਾਹਿਬ ਸੀ ਉਹ ਜਿੱਤੇ ਸੀਗੇ। ਦੂਸਰੇ ਨੰਬਰ 'ਤੇ ਅਕਾਲੀ ਦਲ ਦਾ ਉਮੀਦਵਾਰ ਰਿਹਾ ਸੀ ਅਤੇ ਤੀਸਰੇ ਨੰਬਰ 'ਤੇ ਕਾਂਗਰਸ ਦਾ ਉਮੀਦਵਾਰ ਰਿਹਾ ਸੀਗਾ। ਲੇਕਿਨ ਲੋਕ ਸਭਾ ਚੋਣਾਂ ਦੇ ਵਿੱਚ ਸਮੀਕਰਨ ਬਦਲੇ। ਉੱਥੋਂ ਪਹਿਲੇ ਨੰਬਰ 'ਤੇ ਉੱਥੋਂ ਜਿਹੜੀ ਸੀ ਕਾਂਗਰਸ ਦਾ ਉਮੀਦਵਾਰ ਰਿਹਾ ਅਤੇ ਦੂਸਰੇ ਨੰਬਰ 'ਤੇ ਸਾਡੇ ਮਾਨਯੋਗ ਜਿਹੜੀ ਸੀ ਲੋਕ ਸੰਸਾਰ ਪਾਰਟੀ ਬੈਂਸ ਦਾ ਉਮੀਦਵਾਰ ਰਿਹਾ। ਬੈਂਸ ਦੇ ਉਮੀਦਵਾਰ ਨੇ ਬੜੀ ਕੜੀ ਟੱਕਰ ਦਿੱਤੀ ਅਤੇ ਅਕਾਲੀ ਦਲ ਦਾ ਜਿਹੜਾ ਦੂਸਰੇ ਨੰਬਰ ਵਾਲਾ ਸੀ ਉਹ ਤੀਸਰੇ ਨੰਬਰ 'ਤੇ ਆ ਗਿਆ ਜੀ, ਉਹਨੂੰ ਬਹੁਤ ਕਾਫੀ ਵੋਟਾਂ ਘੱਟ ਮਿਲੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੀ ਦਾਖਾਂ ਦੀ ਸੀਟ ਆ ਉੱਥੋਂ ਕਾਂਗਰਸ ਦਾ ਉਮੀਦਵਾਰ ਕਿਹੜਾ ਆਉਂਦਾ ਜੀ, ਜਿਹਨੇ ਪਹਿਲਾਂ ਇਲੈਕਸ਼ਨ ਲੜੀ ਸੀ ਉਹ ਵੀ ਚਾਹੇਗਾ ਮੈਂ ਸੀਟ ਲੜ ਲਵਾਂ। ਕਈ 6-7 ਉਮੀਦਵਾਰ ਉੱਥੇ ਖੜੇ ਨੇ ਇਹਨਾਂ ਕਾਂਗਰਸ ਦੇ, ਅਤੇ ਕੌਣ ਆਉਂਦਾ ਇਹ ਨਹੀਂ ਪਤਾ ਜੀ। ਲੇਕਿਨ ਮੈਂ ਇਹ ਕਹਿੰਦਾ ਵੀ ਜੇ ਕਿਤੇ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ
ਉਹਦੇ ਹਿਸਾਬ ਨਾਲ ਜੇ ਗੱਲ ਕੀਤੀ ਜਾਵੇ ਤਾਂ ਉੱਥੋਂ ਲੋਕ ਇਨਸਾਫ ਪਾਰਟੀ ਜਿਹੜੀ ਆ ਉਹ ਸੀਟ ਜਿੱਤ ਸਕਦੀ ਆ, ਭਾਵੇਂ ਕਿ ਸਰਕਾਰਾਂ ਜਿੱਤ ਨਹੀਂ ਦੇਣਗੀਆਂ ਉਹਨੂੰ, ਕਿਉਂਕਿ ਜੇ ਉਹ ਤੀਸਰੀ ਧਿਰ ਜਿੱਤਦੀ ਆ ਤੇ ਉਹ ਸਰਕਾਰ ਦੇ ਉੱਤੇ ਤੇ ਅਕਾਲੀ ਦਲ ਦੇ ਉੱਤੇ ਪ੍ਰਸ਼ਨ ਚਿੰਨ੍ਹ ਹੋਏਗਾ। ਅਗਲੀ ਗੱਲ, ਜਿਹੜੇ ਸਾਡੇ ਸਰਦਾਰਾ ਸਿੰਘ ਜੌਹਲ ਨੇ ਅਰਥ ਸ਼ਾਸਤਰੀ ਜੀ, ਉਹਨਾਂ ਨੇ ਇੱਕ ਛੋਟੀ ਜਿਹੀ ਆਪਣੀ NGO ਬਣਾਈ ਹੈ ਜੀ। NGO ਬਣਾ ਕੇ ਉਹ ਪ੍ਰਚਾਰ ਕਰ ਰਿਹਾ, ਅੱਜ ਪਿੰਡਾਂ ਦੇ ਵਿੱਚ ਜਾ ਕੇ ਕਰ ਰਿਹਾ, ਸ਼ਹਿਰਾਂ 'ਚ ਕਰ ਰਿਹਾ, ਸੈਮੀਨਾਰ ਕਰ ਰਿਹਾ ਵੀ ਮੈਨੂੰ ਇੱਕ ਤੁਸੀਂ ਇਮਾਨਦਾਰ ਮੁੱਖ ਮੰਤਰੀ ਦੇ ਦਿਓ ਪੰਜਾਬ ਦੇ। ਜੀ ਜੀ ਬਿਲਕੁਲ, ਇਹ ਸੁਣਿਆ ਮੈਂ ਤੁਹਾਨੂੰ ਰੁਜ਼ਗਾਰ ਘਰ ਜਾ ਕੇ ਦੇਵਾਂਗਾ, ਘਰ ਜਾ ਕੇ ਦੇਵਾਂਗਾ ਮੈਂ। ਤੇ ਜਿੰਨਾ ਚਿਰ ਇਮਾਨਦਾਰ ਮੁੱਖ ਮੰਤਰੀ ਨਹੀਂ ਆਉਂਦਾ ਉਹਨੇ ਤੇ ਤੁਹਾਡਾ ਕੱਖ ਨਹੀਂ ਮਿਲਣਾ। ਸਾਡੇ ਪੰਜਾਬ ਦੇ ਕੋਲ ਹਰ ਪ੍ਰਕਾਰ ਦੇ ਮਿਨਰਲ ਹੈਗੇ ਆ, ਹਰ ਸਾਡੇ ਕੋਲ ਹੈਗਾ, ਸਭ ਕੁਝ ਹੈਗਾ ਸਾਡੇ ਕੋਲੇ, ਲੇਕਿਨ ਇਹ ਖਾਧਾ ਪੀਤਾ ਜਾ ਰਿਹਾ ਤਾਂ ਆਮ ਲੋਕਾਂ ਤੱਕ ਨਹੀਂ ਪਹੁੰਚਦਾ, ਖਜ਼ਾਨਾ ਖਾਲੀ। ਜੀ 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 ਅੱਗੇ ਚੱਲ ਜੇ ਕਿਤੇ ਮੈਂ ਸੋਚਦਾ ਵੀ ਉਹਨਾਂ ਦੀ ਗੱਲ ਨੂੰ ਮੰਨਦੇ ਹੋਏ ਸਾਰੀਆਂ ਧਿਰਾਂ ਜਿਹੜੀਆਂ ਵਿਰੋਧੀ ਇੱਕ ਅੱਛਾ ਉਮੀਦਵਾਰ ਦੇ ਦੇਣ ਜੀ ਤੇ ਲੋਕ ਉਹਨਾਂ ਨੂੰ ਜਿਤਾ ਦੇਣ ਜੀ, ਤੇ ਫਿਰ ਜਿਹੜੀ ਆਉਣ ਵਾਲੀ ਸਰਕਾਰ ਦੇ ਸਮੀਕਰਨ ਬਦਲ ਹੀ ਸਕਦੇ, ਪਰ ਅਜਿਹਾ ਹੋਣਾ ਨਹੀਂ ਜੀ। ਅੱਗੇ ਚੱਲਦੇ ਜੀ ਆਪਾਂ ਫਗਵਾੜੇ ਤੇ ਜੀ, ਜਿਹੜੀ ਫਗਵਾੜੇ ਦੀ ਸੀਟ ਇਸ ਕਰਕੇ ਖਾਲੀ ਹੋਈ ਕਿ ਸੋਮ ਪ੍ਰਕਾਸ਼ ਜੀ ਉੱਥੋਂ ਵਿਧਾਇਕ ਸੀ ਭਾਜਪਾ ਦੇ ਵਿਧਾਇਕ ਹੋਣ ਕਰਕੇ ਜਦੋਂ ਉਹ MP ਦੀ ਇਲੈਕਸ਼ਨ ਲੜੀ ਉਹ ਜਿੱਤ ਗਏ, ਉਹਨਾਂ ਦੇ ਜਿੱਤਣ ਤੋਂ ਬਾਅਦ ਸੀਟ ਖਾਲੀ ਹੋ ਗਈ ਜੀ ਜੀ। ਹੁਣ ਉੱਥੇ ਆ ਵੀ ਜਿਹੜੀ ਪਿਛਲੀ ਵਾਰੀ ਜਿਹੜੀ ਸੀ ਇਹ ਤਾਂ ਆਪਣੇ ਜੀ ਇਹਨਾਂ ਦੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਨੇ ਜੀ ਕਾਫੀ ਮਿਹਨਤ ਕੀਤੀ ਸੀ ਤੇ ਕਾਫੀ ਵੋਟਾਂ ਖੜੀਆਂ ਸੀ। ਐਤਕੀ ਵੀ ਉਹ ਪੂਰੀ ਤਿਆਰੀ ਜਾਂ ਜਿੰਨਾ ਪਿਛਲੇ ਜਦੋਂ ਤੁਹਾਡੇ ਦਿੱਲੀ ਦੇ ਵਿੱਚ ਹੋਇਆ ਉਹ ਮੰਦਿਰ ਦਾ ਝਗੜਾ ਹੋਇਆ ਵਾ ਜੀ, ਉਸ ਟਾਈਮ 'ਤੇ ਉਹਨੇ ਕਾਫੀ ਕੰਮ ਕੀਤਾ, ਕਾਫੀ ਮੁਜ਼ਾਹਰੇ ਕੀਤੇ ਆ, ਸੋਮ ਪ੍ਰਕਾਸ਼ ਦਾ ਘਰ ਵੀ ਘੇਰਿਆ ਵਾ, ਫਗਵਾੜੇ ਜਾ ਕੇ ਮੁਜ਼ਾਹਰੇ ਕੀਤੇ ਆ, ਇਸ ਕਰਕੇ ਉਹਨਾਂ ਆਪਣੀ ਹੋਂਦ ਬਣਾਈ ਆ। ਅਗਲੀ ਗੱਲ ਹੁੰਦੀ ਬਸਪਾ ਦੀ ਜੀ, ਜਿਸ ਤਰੀਕੇ ਨਾਲ ਲੋਕ ਸਭਾ ਚੋਣਾਂ 'ਚ ਬਲਵਿੰਦਰ ਕੁਮਾਰ ਨੇ ਆਪਣਾ ਜਿਹੜਾ ਸੀ ਉਹ ਯੋਗਤਾ ਵਿਖਾਈ ਆ, ਜੇ ਵੋਟਾਂ ਲਈਆਂ ਨੇ, ਇਸ ਕਰਕੇ ਜੇ ਬਸਪਾ ਉੱਥੇ ਖੜੀ ਹੁੰਦੀ ਆ, ਕੋਈ ਚੰਗਾ ਉਮੀਦਵਾਰ ਦੇ ਦਿੰਦੀ ਆ ਤੇ ਉਹ ਵੀ ਅੱਛੀਆਂ ਵੋਟਾਂ ਵੀ ਖੜ ਸਕਦੇ ਆ ਜੀ ਜੀ। ਲੇਕਿਨ ਫਿਰ ਵੀ ਆਮ ਜੇ ਕਹਿ ਦਈਏ ਤੇ ਮੁੱਖ ਮੁਕਾਬਲਾ ਅਕਾਲੀ ਭਾਜਪਾ ਗੱਠਜੋੜ ਦੇ ਵਿੱਚ ਤੇ ਕਾਂਗਰਸ ਰਹਿਣ ਦੇ ਅਸਾਰ ਆ। ਅੱਗੇ ਚੱਲਦੇ ਜੀ ਮੁਕੇਰੀਆ ਜੀ, ਮੁਕੇਰੀਆ ਸਾਡੇ ਕੇਵਲ ਕ੍ਰਿਸ਼ਨ ਜਿਹੜੇ ਕਾਂਗਰਸੀ ਲੀਡਰ ਹੁੰਦੇ ਸੀ ਉਹਨਾਂ ਦਾ ਹਲਕਾ ਜੀ, ਉਹ ਇੱਥੋਂ ਜਿੱਤਦੇ ਰਹੇ ਨੇ। ਉਹਨਾਂ ਤੋਂ ਬਾਅਦ ਉਹਨਾਂ ਦਾ ਬੇਟਾ ਜਿਹੜਾ ਰਜਨੀਸ਼ ਬੱਬੀ ਉਹਨੇ ਇਲੈਕਸ਼ਨ ਲੜੀ ਤੇ ਜਿੱਤਿਆ ਜੀ। ਹੁਣ ਉਹਦੀ ਆਪਾਂ ਗੱਲ ਕਰ ਲਈ, ਉਹਦੇ ਜਿੱਤ ਗਿਆ, ਲੇਕਿਨ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਨੇ BJP ਨੂੰ ਵੋਟਾਂ ਪਾਈਆਂ, ਜੇ ਉਸ ਤਰੀਕੇ ਨਾਲ ਵੋਟਾਂ BJP ਨੂੰ ਪੈ ਗਈਆਂ ਤੇ ਮੈਂ ਸੋਚਦਾ ਵੀ ਉਹ ਸੀਟ ਜਿਹੜੀ BJP ਦੀ ਵੱਟ 'ਤੇ ਪਈ ਆ। ਲੇਕਿਨ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਜਾਦੂ ਸੀ, ਮੋਦੀ ਦਾ ਜਾਦੂ ਸੀ। ਪਹਿਲੀ ਵਾਰੀ ਅਕਾਲੀ ਦਲ ਨੂੰ ਮੋਦੀ ਦੇ ਨਾਂ 'ਤੇ ਵੋਟਾਂ ਮੰਗਣੀਆਂ ਪਈਆਂ, ਤੇ ਜਿਹੜੀ ਸਮੀਕਰਨ ਹੁੰਦੇ ਸਟੇਟ ਦੇ ਉਹ ਵੱਖਰੇ ਹੁੰਦੇ ਆ ਜੀ ਜੀ, ਤੇ ਕੋਸ਼ਿਸ਼ ਹੋਏਗੀ ਕਾਂਗਰਸ ਦੀ ਪਰ ਅਸੀਂ ਉਹ ਮੁਕੇਰੀਆਂ ਦੀ ਸੀਟ ਜਿੱਤੀਏ, ਤੇ ਜਿੰਨਾ ਚਿਰ ਕੈਂਡੀਡੇਟ ਡਿਕਲੇਅਰ ਨਹੀਂ ਹੁੰਦੇ ਉਹਨਾਂ ਚਿਰ ਇਹਦੇ ਬਾਰੇ ਕੁਝ ਵੀ ਕਿਹਾ ਜਾਣਾ ਜਿਹੜਾ ਵਾ ਉਹ ਆਸਾਨ ਨਹੀਂ। ਕੈਂਡੀਡੇਟ ਆਉਣਗੇ, ਅੱਜ ਤੋਂ ਨਾਮਜ਼ਦਗੀ ਆ, 27 ਤੱਕ ਨਾਮਜ਼ਦਗੀ ਆ, ਜਦੋਂ ਨਾਮਜ਼ਦਗੀ ਕਲੀਅਰ ਸਪਰਿਟ ਨੂੰ ਹੇਜੇਗੀ, ਕੈਂਡੀਡੇਟ ਡਿਕਲੇਅਰ ਹੋ ਜਾਣਗੇ, ਇਹ ਤੇ ਫਿਰ ਡਿਬੇਟ ਕਰਾਂਗੇ ਵੀ ਆਪਾਂ ਵੀ ਕਿਹੜਾ ਉਮੀਦਵਾਰ ਕਿੰਨੇ ਕੇ ਪਾਣੀ 'ਚ ਹੈ ਜੀ। ਸੋ ਬਿਲਕੁਲ ਬਿਲਕੁਲ। ਸੋ ਭੱਟੀ ਸਾਹਿਬ, ਅਗਲਾ ਸਵਾਲ ਜਿਹੜਾ ਉਹ ਇਹ ਆ ਕਿ ਬੜੀ ਮੈਂ ਸਮਝਦਾ ਕਿ ਹੈਰਾਨੀ ਵਾਲੀ ਗੱਲ ਵੀ ਆ ਕਿ ਬਾਰ-ਬਾਰ ਇਹ ਚੀਜ਼ ਜਿਹੜੀ ਹੈ ਸੁਣਨ ਨੂੰ ਮਿਲਦੀ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਇਕੱਠੇ ਮਨਾਉਣਗੇ, ਫਿਰ ਖਬਰ ਆਉਂਦੀ ਆ ਕਿ ਵੱਖ-ਵੱਖ ਮਨਾਉਣਗੇ। ਹੁਣ ਫਿਰ ਚਰਚਾ ਚੱਲ ਰਹੀ ਆ ਕਿ ਦੋਨੋਂ ਵੱਖ-ਵੱਖ ਤਿਆਰੀਆਂ ਕਰ ਰਹੇ ਆ। ਇਹਦੇ ਵਿੱਚ ਮਾਜਰਾ ਕੀ ਹੈਗਾ ਆ? ਮਾਜਰਾ ਇਹ ਆ ਜੀ, ਜੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਜਿਹੜਾ ਸਾਰਾ ਦੋਸ਼ ਕਾਂਗਰਸ ਤੇ ਮੜ੍ਹਨ ਨੂੰ ਤਿਆਰ ਆ ਵੀ ਤੇ ਦੋਸ਼ ਮੜ੍ਹ ਦਿਓ ਵੀ ਇਹ ਏਕਤਾ ਨਹੀਂ ਚਾਹੁੰਦੇ, ਇਕੱਠੇ ਹੋ ਕੇ ਨਹੀਂ ਮਨਾਉਣਾ ਚਾਹੁੰਦੇ। ਜਿਹੜੀ ਕਾਂਗਰਸ ਆ ਸਰਕਾਰ ਕਹਿੰਦੀ ਆ ਵੀ ਇਹਨਾਂ ਸਿਰ ਮੜੋ ਵੀ ਇਹ ਇਕੱਠੇ ਹੋ ਕੇ ਨਹੀਂ ਮਨਾਉਂਦੇ। ਤੁਹਾਨੂੰ ਇਸ ਗੱਲ ਦਾ ਪਤਾ ਵਾ, ਜਦੋਂ ਇਹ ਇਹਨਾਂ ਦੀ ਮੀਟਿੰਗ ਪਹਿਲੀ ਹੋਈ ਸੀ ਜਥੇਦਾਰ ਅਕਾਲ ਤਖਤ ਦੀ ਕਮਾਂਡ ਥੱਲੇ ਜੀ, ਇੱਕ ਫੈਸਲਾ ਹੋਇਆ ਸੀ ਵੀ ਜਿਹੜੇ ਵੀ ਕੰਮ ਕੀਤੇ ਜਾਣਗੇ ਸਾਂਝੇ ਰੂਪ 'ਚ ਕੀਤੇ ਜਾਣਗੇ, ਜਿਹੜਾ ਵੀ ਸੱਦਾ ਪੱਤਰ ਦਿੱਤਾ ਜਾਊਗਾ ਸਾਂਝੇ ਰੂਪ ਦਿੱਤਾ ਜਾਊਗਾ। ਲੇਕਿਨ ਜਦੋਂ ਪ੍ਰਧਾਨ ਮੰਤਰੀ ਨੂੰ ਸੱਦਾ ਪੱਤਰ ਦਿੱਤਾ ਤਾਂ ਉਦੋਂ ਗੋਬਿੰਦ ਸਿੰਘ ਲੌਂਗੋਵਾਲ ਤੇ ਸੁਖਬੀਰ ਸਿੰਘ ਬਾਦਲ ਜੀ ਆਪਣੀ ਟੀਮ ਲੈ ਕੇ ਚਲੇ ਗਏ ਸਰਕਾਰ ਨੂੰ, ਤੇ ਕਾਂਗਰਸ ਨੂੰ ਕਿਸੇ ਪੁੱਛਿਆ ਨਹੀਂ। ਉਦੋਂ ਬਾਅਦ ਇਹਨਾਂ ਦੀਆਂ ਫਿਰ ਜਿਹੜੀਆਂ ਸੀ ਇਹਨਾਂ ਦੇ ਸਮੀਕਰਨ ਵਿਗੜਨੇ ਸ਼ੁਰੂ ਹੋ ਗਏ। ਹੁਣ ਰਾਸ਼ਟਰਪਤੀ ਨੇ ਸੱਦਾ ਪੱਤਰ ਦਿੱਤਾ ਵਾ, ਇੱਕ ਪਾਸੇ ਤੁਸੀਂ ਮੀਟਿੰਗ ਕਰ ਰਹੇ ਹੋ ਅੰਮ੍ਰਿਤਸਰ ਦੇ ਵਿੱਚ ਤੇ ਕਹਿ ਰਹੇ ਵੀ ਅਸੀਂ ਇਕੱਠੇ ਮਨਾਵਾਂਗੇ, ਦੂਸਰੇ ਪਾਸੇ ਸੱਦਾ ਦੇਣ ਵਾਸਤੇ ਤੁਸੀਂ ਜਾਂਦੇ ਹੋ ਰਾਸ਼ਟਰਪਤੀ ਨੂੰ, ਤੇ ਤੁਸੀਂ ਆਪਣੀ ਜਿਹੜੀ ਆ ਸਹਿਯੋਗੀ ਪਾਰਟੀ ਸਰਕਾਰ ਨੂੰ ਪੁੱਛੇ ਹੀ ਨਹੀਂ
ਇਸ ਕਰਕੇ ਉਹਨਾਂ ਦੇ ਵਿੱਚ ਇਸ ਗੱਲ ਇਹ ਦਾ ਤੈਅ ਵੀ ਹੋਇਆ ਸੀਗਾ ਕਿ ਅੰਦਰਲੇ ਕੰਮ ਗੁਰਦੁਆਰਾ ਸਾਹਿਬ ਦੇ ਸਾਰੇ ਜਿਹੜੇ ਸ਼੍ਰੋਮਣੀ ਕਮੇਟੀ ਕਰੇਗੀ। ਉਹਦੇ ਵਿੱਚ ਕੀ ਹੈ, ਜਿਹੜੀ ਉਹ ਤੁਹਾਡੀ ਜਿਹੜੀ ਸੀ ਉਹ ਦਈਏ, ਲੇਕਿਨ ਉੱਥੇ ਵੀ ਇਹਨਾਂ ਨੇ ਰੋਸ ਸਰਕਾਰ ਦੇ ਵਿੱਚ ਵੀ ਸਾਨੂੰ ਦੱਸਿਆ ਨਹੀਂ ਇਹਨਾਂ ਨੇ। ਚਲੋ ਇੱਕ ਲੱਗ ਮੈਟਰ। ਅਗਲੀ ਗੱਲ ਇਹਨਾਂ ਕਿਹਾ ਸੀ ਵੀ ਜਿਹੜਾ ਆਪਣਾ ਬਾਹਰ ਸਮਾਗਮ ਹੋਣਾ ਵਾ ਉਹ ਸਰਕਾਰ ਕਰੇਗੀ, ਜਿਹੜਾ ਗੁਰਦੁਆਰੇ ਦੇ ਅੰਦਰ ਹੋਣਾ ਉਹ ਸ਼੍ਰੋਮਣੀ ਕਮੇਟੀ ਕਰੇਗੀ। ਜਿਹੜੇ ਗੁਰਦੁਆਰੇ ਦੇ ਅੰਦਰ ਉਹ ਸ਼੍ਰੋਮਣੀ ਕਮੇਟੀ ਪ੍ਰਬੰਧ ਕਰੇਗੀ, ਤੇ ਜਿਹੜੇ ਗੁਰਦੁਆਰੇ ਦੇ ਬਾਹਰ ਹੋਣਾ ਉਹ ਸਰਕਾਰ ਪ੍ਰਬੰਧ ਕਰੇਗੀ। ਸਰਕਾਰ ਨੇ ਆਪਣੇ ਟੈਂਸ਼ਨ ਲਾਉਣੇ ਸ਼ੁਰੂ ਕਰਤੇ ਆ, ਸ਼੍ਰੋਮਣੀ ਕਮੇਟੀ ਦੇ ਲਾਉਣੇ ਸ਼ੁਰੂ ਕਰ ਦਿੱਤੇ ਆ। ਉਹਦੇ ਮਾਨ ਸਾਹਿਬ ਦੀ ਵਾਰੀ ਉਹਨੇ ਉਹਨਾਂ ਨੂੰ ਕਿਹਾ ਵੀ ਅਸੀਂ ਮਨਾਉਣਾ ਤੇ ਸਾਨੂੰ ਜਗ੍ਹਾ ਦਿੱਤੀ ਜਾਵੇ, ਸਰਕਾਰ ਸਾਨੂੰ ਜਗ੍ਹਾ ਦੇਵੇ। ਇਸ ਕਰਕੇ ਮੈਂ ਸੋਚਦਾ ਵੀ ਇਹਨਾਂ ਦੀ ਸ਼ਾਇਦ ਕੋਈ ਤੈਅ ਨਾ ਬੈਠੇ, ਇਹ ਵੱਖੋ ਵੱਖਰੇ ਮਨਾਉਣਗੇ ਕਿ ਜੇ ਸਾਂਝਾ ਸਮਾਗਮ ਬਣਾਉਂਦੇ ਆ ਤੇ ਫਿਰ ਬੋਲਣ ਤੋਂ ਵੀ ਨਾ ਰੱਟਾ ਪੈਣਾ ਵਾ। ਵੇਖੋ ਜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਉਹ ਆਉਂਦੇ ਆ, ਪ੍ਰਧਾਨ ਮੰਤਰੀ ਉਹਨਾਂ ਉਹ ਬੋਲਣਗੇ, ਰਾਸ਼ਟਰਪਤੀ ਬੋਲੇਗਾ, ਸਰਦਾਰ ਵੱਡੇ ਬਾਦਲ ਬੋਲਣਗੇ, ਸੁਖਬੀਰ ਸਿੰਘ ਬਾਦਲ ਬੋਲਣਗੇ, ਕੈਪਟਨ ਅਮਰਿੰਦਰ ਸਿੰਘ ਬੋਲੇਗੇ, ਤੇ ਜਿਹੜੇ ਇੱਕ ਦੋ ਰਹਿ ਗਏ ਤੇ ਉਹਨਾਂ 'ਚ ਰੋਸ ਹੋਣਾ। ਤੇ ਇਸ ਕਰਕੇ ਮੈਂ ਸੋਚਦਾ ਵੀ ਸ਼ਾਇਦ ਇਹਨਾਂ ਦੀ ਤੈਅ ਨਾ ਬੈਠ ਸਕੇ। ਇਹ ਸਮਾਗਮ ਦੋਵੇਂ ਵੱਖੋ ਵੱਖਰੇ ਕਰਨਗੇ, ਕਿ ਦੋਵਾਂ ਨੇ ਵੱਖੋ ਵੱਖਰੇ ਆਪਣਾ ਸ਼ਮਿਆਨਾ ਟੈਂਟ ਉਡਾਉਣੇ ਸ਼ੁਰੂ ਕਰਤੇ ਕੱਲ੍ਹ ਦੇ। ਜੇ ਕਰ ਦਿੱਤੇ ਆ ਤੇ ਫਿਰ ਏਕਤਾ ਹੋਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਜੀ ਭੱਟੀ ਸਾਹਿਬ, ਇੱਕ ਬੜੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਆ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੀ ਚਰਚਾ ਜਿਹੜੀ ਆ ਉਹ ਚੱਲੀ ਆ, ਤੇ ਕੁਝ ਗੀਤ ਸਿੱਧੂ ਮੂਸੇਵਾਲਾ ਜਿਹੜਾ ਸਿੰਗਰ ਆ ਉਸ ਦੇ ਵੱਲੋਂ ਮਾਈ ਭਾਗੋ ਨੂੰ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਬਿਆਨ ਕੀਤਾ ਗਿਆ ਗੀਤ ਦੇ ਵਿੱਚ ਕਿ ਜਿਹੜਾ ਇੱਕ ਆਸ਼ਕੀ ਵਾਲਾ ਗੀਤ ਆ ਉਸ ਦੇ ਵਿੱਚ ਮਾਈ ਭਾਗੋ ਦਾ ਨਾਮ ਜਿਹੜਾ ਲੈਣਾ ਜਿਹੜਾ ਆ ਉਸ ਦੇ ਉੱਤੇ ਸੰਗਤਾਂ ਬੜਾ ਰੋਸ ਕਰ ਰਹੀਆਂ ਨੇ। ਤੇ ਦੂਜਾ ਗੁਰਦਾਸ ਮਾਨ ਦੇ ਵੱਲੋਂ ਕੁਝ ਅਜਿਹੀ ਅਪਸ਼ਬਦਾਵਲੀ ਜਿਹੜੀ ਆ ਉਹ ਇੱਕ ਵਿਅਕਤੀ ਦੇ ਖਿਲਾਫ ਬੋਲੀ ਜਾਣੀ ਜਿਹੜੀ ਆ ਉਸ ਨੂੰ ਲੈ ਕੇ ਵੀ ਬੜਾ ਰੋਸ ਜਿਹੜਾ ਆ ਉਹ ਕੈਨੇਡਾ ਦੇ ਵਿੱਚ ਵੀ ਜਿਹੜਾ ਆ ਉਹ ਕੀਤਾ ਗਿਆ ਸੰਗਤਾਂ ਵੱਲੋਂ। ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਜਿੱਥੋਂ ਤੱਕ ਸਿੱਧੂ ਮੂਸੇਵਾਲੇ ਦੀ ਆਪਾਂ ਗੱਲ ਕਰਦੇ ਹਾਂ ਜੀ, ਮਾਈ ਭਾਗੋ ਸਾਡੀ ਇੱਕ ਬੜਾ ਵੱਡਾ ਕਰੈਕਟਰ ਆ ਜੀ, ਸਾਡੇ ਸਮਾਜ ਦਾ ਇੱਕ ਬੜਾ ਵੱਡਾ ਪਾਤਰ ਆ ਜੀ, ਸਿੱਖ ਕੌਮ ਵਾਸਤੇ ਉਹ ਇੱਕ ਹੀਰੋ ਹੈ ਜੀ, ਤੇ ਉਹਦੇ ਤੇ ਟਿੱਪਣੀ ਜੇ ਕੀਤੀ ਹੈ ਤੇ ਮੈਂ ਸੋਚਦਾ ਮਾੜੀ ਗੱਲ ਕੀਤੀ ਜੀ। ਸ਼ਾਇਦ ਨਹੀਂ ਪਤਾ, ਉਹਨੇ ਮਾਫੀ ਮੰਗੀ ਆ, ਉੱਤੇ ਪਰਚੇ ਵੀ ਦਰਜ ਹੁੰਦੇ ਆ। ਉਹ ਮੁੜ ਕੇ ਰਾਤੋਂ ਰਾਤ ਮਾਫੀ ਮੰਗ ਕੇ ਭੱਜ ਵੀ ਗਿਆ, ਇੱਥੋਂ ਵਿਦੇਸ਼ ਚਲਾ ਗਿਆ, ਸਾਰਾ ਪਰਿਵਾਰ ਲੈ ਕੇ ਬੂਹੇ ਬੰਦ ਕਰਕੇ ਚਲਾ ਗਿਆ ਆਪਣੇ। ਨਹੀਂ ਸੀ ਭੱਜਣਾ ਚਾਹੀਦਾ ਉਹਨੂੰ। ਉਹਦਾ ਤਰੀਕਾ ਇਹ ਸੀ ਵੀ ਜੇ ਗਲਤੀ ਹੋਈ ਆ ਆਪਣੇ ਬੂਹੇ ਬੰਦ ਕਰਦਾ, ਅਕਾਲ ਤਖਤ ਤੇ ਆਉਂਦਾ ਜੀ ਮੇਥੋਂ ਆ ਗਲਤੀ ਹੋਈ, ਦੱਸੋ ਮੈਨੂੰ ਕੀ ਹੁਕਮ। ਕਿਉਂ ਇੱਕ ਬਖਸ਼ਣ ਤਖਤ ਆ, ਉੱਥੇ ਪੰਜ ਪਿਆਰੇ ਬਿਠੇ ਹੁੰਦੇ, ਪੰਜ ਪਿਆਰੇ ਕਹਿਣਾ ਸੀ ਜਿਹੜੀ ਗਲਤੀ ਹੋਈ ਤੁਸੀਂ ਮਹਿਸੂਸ ਕਰਦੇ ਤਾਂ 500 ਰੁਪਏ ਦੀ ਦੇਗ ਕਰਾਓ ਤੇ ਆਪਣੀ ਅਰਦਾਸ ਕਰੋ ਤੇ ਕਰ। ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ ਕਿ ਪਤ ਇਤਿਹਾਸ ਨੂੰ ਅਕਾਲ ਤਖਤ ਤੇ ਬੁਲਾਇਆ ਨਹੀਂ ਜਾ ਸਕਦਾ। ਜੀ, ਪੱਤ ਦੀ ਇਹ ਗੱਲ ਵੀ ਤੁਸੀਂ ਉਹਨੂੰ ਬੁਲਾ ਨਹੀਂ ਸਕਦੇ। ਜੇ ਕੋਈ ਆਪ ਆਉਣਾ ਚਾਹੇ ਤਾਂ ਉਹਨੂੰ ਰੋਕ ਨਹੀਂ ਸਕਦੇ। ਜੇ ਕੋਈ ਆਪ ਆਉਣਾ ਜੋ ਰੋਕ ਨਹੀਂ ਸਕਦੇ ਤੁਸੀਂ, ਆਪ ਤੁਸੀਂ ਬੁਲਾ ਨਹੀਂ ਸਕਦੇ ਉਹਨੂੰ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਨਹੀਂ ਪਤਾ, ਇਸ ਕਰਕੇ ਉਹਨਾਂ ਨੂੰ ਚਾਹੀਦਾ ਪਹਿਲਾਂ ਪਿਛਲਾ ਇਤਿਹਾਸ ਫਰੋਲ ਲੈਣ। ਇੱਥੇ ਤੇ ਜਿਹੜਾ ਭੀਮ ਸਿੰਘ ਸੱਚਰ ਜਦੋਂ ਆਇਆ ਸੀ ਮਾਫੀ ਮੰਗੀ ਸੀ, ਉਹਨੂੰ ਮਾਫੀ ਕਿਵੇਂ ਦੇ ਦਿੱਤੀ ਸੀ? ਕਿ ਉਹ ਗੈਰ ਸਿੱਖ ਨਹੀਂ ਸੀਗਾ? ਜਦੋਂ 1955 ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵੜੀ ਆ, ਅਸ਼ਵਨੀ IG ਨੇ ਵਾੜੀ ਆ, ਉਸ ਟਾਈਮ ਦੇ ਉੱਤੇ ਮੁੱਖ ਮੰਤਰੀ ਭੀਮ ਸਿੰਘ ਸੱਚਰ ਸੀਗਾ, ਤੇ ਉਹਨੇ ਆ ਕੇ ਅਕਾਲ ਤਖਤ ਤੇ ਮਾਫੀ ਮੰਗੀ ਸੀਗੀ। ਜੇ ਉਹਨੂੰ ਮਾਫੀ ਦੇ ਦਿੱਤੀ ਜਾ ਸਕਦੀ ਫਿਰ ਇਹਨੂੰ ਮੂਸੇ ਨੂੰ ਕਿਉਂ ਨਹੀਂ, ਮੂਸੇਵਾਲੇ ਨੂੰ ਕਿਉਂ ਨਹੀਂ, ਸਿੱਧੂ ਮੂਸੇਵਾਲੇ ਨੂੰ ਕਿਉਂ ਨਹੀਂ? ਉਹਨੂੰ ਬੁਲਾ ਨਹੀਂ ਸਕਦੇ। ਜੇ ਉਹ ਆਪ ਹੁੰਦਾ ਤੇ ਤੁਹਾਨੂੰ ਉਹਦੀ ਗੱਲ ਸੁਣਨੀ ਪਊਗੀ। ਗੁਰਦਾਸ ਮਾਨ ਤੇ ਕੀ ਕਹਿਣਾ ਚਾਹੋਗੇ? ਗੁਰਦਾਸ ਮਾਨ ਬਾਰੇ ਇਹ ਕਹਿਣਾ ਚਾਹੂਗਾ, ਗੁਰਦਾਸ ਮਾਨ ਨੇ ਕਿਹਾ ਕੀ ਹੈ, ਉਹਦੇ ਸੁਣ ਕਿਹਾ ਕੀ ਹੈ। ਉਹਨੇ ਕਿਹਾ ਵੇਖੋ ਜੀ ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ, ਹਿੰਦੀ ਦੀ ਗੱਲ ਚੱਲਦੀ, ਬਾਕੀ ਭਾਸ਼ਾਵਾਂ ਸਿੱਖਣੀ ਚਾਹੀਦੀਆਂ। ਸਾਡੀ ਜਿਹੜੀ ਮਾਂ ਬੋਲੀ ਉਹਨੂੰ ਤਾਂ ਕੋਈ ਖਤਰਾ ਨਹੀਂ, ਉਹ ਤਾਂ ਅਸੀਂ ਬੋਲਦੇ ਹੈਗੇ ਆ, ਹੋਰ ਭਾਸ਼ਾਵਾਂ ਵੀ ਸਿੱਖਣੀ ਚਾਹੀਦੀਆਂ। ਪਰ ਜਿਹੜੀ ਮਾੜੀ ਸ਼ਬਦਾਵਲੀ ਬੋਲੀ ਗਈ ਆ ਉਹਦੇ ਵੱਲੋਂ ਮੈਂ ਦੱਸਣਾ ਤੁਹਾਨੂੰ ਜੀ, ਜਿਹੜੀ ਮਾੜੀ ਸ਼ਬਦਾਵਲੀ ਤੁਸੀਂ ਬੋਲੀ ਗਈ ਆ ਉਹਦੇ ਵਾਸਤੇ ਵਾਕਿਆ ਉਹਨੂੰ ਜਿਹੜੀ ਉਹ ਮਾਫੀ ਮੰਗਣੀ ਚਾਹੀਦੀ ਵੀ ਮੈਂ ਸ਼ਬਦਾਰੀ ਗੱਲ ਜਿਹੜੀ ਜੇ ਵਰਤੀ ਕੀਤੀ ਹੈ ਤੇ ਮੇਥੋਂ ਗਲਤੀ ਹੋ ਗਈ ਆ। ਇੱਕ ਸੁਲਝਿਆ ਹੋਇਆ ਬੰਦਾ ਜਾਂ ਤੇ ਉਹਨੂੰ ਇਸ ਗੱਲ ਦਾ ਮਾਣ ਹੈ ਵੀ ਮੇਥੋਂ ਕੋਈ ਸਿਆਣਾ ਬੰਦਾ ਕੋਈ ਹੋਰ ਹੈ ਨਹੀਂ, ਜਾਂ ਉਹਦੇ ਕੋਲੋਂ ਵੈਸੇ ਕਿਤੇ ਜਦੋਂ ਹੁੰਦਾ ਨਾ ਬੰਦਾ ਕਿਸੇ ਉਲਝਿਆ ਹੁੰਦਾ ਕਿਸੇ ਗੱਲ ਦੇ ਵਿੱਚ, ਛਿੱਥਾ ਜਿਹਾ ਪਿਆ ਹੁੰਦਾ, ਕੋਈ ਗਲਤੀ ਹੋ ਜਾਂਦੀ ਹੈ। ਤੇ ਮੈਂ ਸੋਚਦਾ ਵੀ ਲੋਕਾਂ ਨੂੰ ਵੀ ਚਾਹੀਦਾ ਵੀ ਇਹੋ ਜਿਹੇ ਕੱਦ-ਬੁੱਧ ਦੇ ਬੰਦੇ ਨੇ ਜੇ ਗਲਤੀ ਕੀਤੀ ਹੈ ਨਾ ਤੇ ਉਹਨੂੰ ਤੁਸੀਂ ਕੋਈ ਗਾਲ ਵੀ ਕੱਢਣੀ ਤੇ ਸਲੀਕੇ ਨਾਲ ਕੱਢੋ, ਤਰੀਕੇ ਨਾਲ ਕੱਢੋ। ਤੇ ਜੇ ਉਹਨਾਂ ਨੇ ਇੰਨੀ ਗੱਲ ਕਹਿਤੀ, ਹੁਣ ਜਿਹੜੇ ਸਾਡੇ ਲੋਕ ਜਾਂਦੇ ਨੇ ਕੈਨੇਡਾ 'ਚ ਜਾਂਦੇ, ਅਮਰੀਕਾ ਜਾਂਦੇ ਆ, ਕਿ ਉੱਥੋਂ ਦੀ ਭਾਸ਼ਾਵਾਂ ਸਿੱਖਦੇ ਨਹੀਂ ਜਾ ਕੇ, ਆਪਣੀ ਭਾਸ਼ਾ ਭੁੱਲ ਜਾਂਦੇ ਕਿਤੇ ਜਾ ਕੇ। ਇਸ ਕਰਕੇ ਦੋਵਾਂ ਵਿਅਕਤੀਆਂ ਦੇ ਉੱਤੇ ਜਿਹੜੀ ਬੇਲੋੜੀ ਜਿਹੜੀ ਇਹੋ ਜਿਹੀ ਕਰਨੀ, ਮੈਂ ਸੋਚਦਾ ਬਹੁਤੀ ਸਿਆਣਪ ਵਾਲੀ ਗੱਲ ਨਹੀਂ।
ਹਾਂ ਮੂਸੇ ਨੇ ਜਿਹੜੀ ਗਲਤੀ ਕੀਤੀ ਆ ਮੂਸੇਵਾਲ ਨੇ ਸਿੱਧੂ ਮੂਸੇਵਾਲ ਨੇ ਉਹ ਅਕਾਲ ਤਖਤ ਤੇ ਆ ਕੇ ਆਪਣੀ ਗਲਤੀ ਬਖਸ਼ਾ ਸਕਦਾ ਸੀਗਾ। ਭੱਟੀ ਸਾਹਿਬ ਅਗਲੀ ਗੱਲ ਦਿੱਲੀ ਦੇ ਵਿੱਚ ਮਨਜੀਤ ਸਿੰਘ ਜੀਕੇ ਜਿਹੜੇ ਆ ਉਹ ਅਕਾਲੀ ਦਲ ਵਾਸਤੇ ਕਹਿੰਦੇ ਵੱਡੀ ਪਰੇਸ਼ਾਨੀ ਖੜੀ ਕਰ ਸਕਦੇ ਆ, ਉਹ ਕਿਹੜੀ ਪਰੇਸ਼ਾਨੀ ਹੈ? ਵੇਖੋ ਜੀ ਮਨਜੀਤ ਸਿੰਘ ਜੀਕੇ ਨੇ ਜਦੋਂ ਫਰਵਰੀ 2017 ਦੇ ਵਿੱਚ ਦਿੱਲੀ ਦੀਆਂ ਚੋਣਾਂ ਲੜੀਆਂ ਉਸ ਟਾਈਮ ਤੇ ਬਾਦਲ ਅਕਾਲੀ ਦਲ ਦੇ ਆਗੂਆਂ ਨੂੰ ਕੋਈ ਚੁੰਮਟੇ ਨਾਲ ਛੋਹਣ ਲਈ ਤਿਆਰ ਨਹੀਂ ਸੀਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਦਾ ਮਾਮਲਾ ਜਿਹੜਾ ਸੀ ਪੀਕ ਤੇ ਸੀਗਾ। ਲੋਕਾਂ ਨੂੰ ਆਸ ਸੀ ਸਰਕਾਰ ਕੁਝ ਕਰੇਗੀ, ਲੇਕਿਨ ਸਰਕਾਰ ਨੇ ਕੁਝ ਕੀਤਾ ਨਹੀਂ ਹੁਣ ਤੱਕ। ਤੇ ਮਨਜੀਤ ਸਿੰਘ ਜੀਕੇ ਦਾ ਜਿਹੜਾ ਸੀ ਇਹਨਾਂ ਦੀ ਮਨਜਿੰਦਰ ਸਿੰਘ ਸਿਰਸਾ ਦੀ ਤੇ ਮਨਜੀਤ ਸਿੰਘ ਜੀਕੇ ਦੀ ਆਪਸ ਵਿੱਚ ਬੜੇ ਪੁਰਾਣੇ ਸਮੇਂ ਤੋਂ ਜਿਹੜੀ ਲਾਗਤਬਾਜ਼ੀ ਚੱਲਦੀ ਆ ਰਹੀ ਹੈ। ਸਿਰਸਾ ਚਾਹੁੰਦਾ ਸੀ ਵੀ ਮੈਂ ਪ੍ਰਧਾਨ ਬਣਨਾ। ਜਦੋਂ ਅਕਾਲੀ ਸਰਕਾਰ ਸੀ ਉਸ ਟਾਈਮ ਤੇ ਦੋਵਾਂ ਦਾ ਝਗੜਾ ਆਇਆ ਤੇ ਮਨਜੀਤ ਸਿੰਘ ਜੀਕੇ ਆਪਣਾ ਅਸਤੀਫਾ ਦੇ ਕੇ ਤੇ ਆਪਣੇ ਘਰ ਆ ਕੇ ਬੈਠ ਗਿਆ। ਸੁਖਬੀਰ ਸਿੰਘ ਬਾਦਲ ਨੇ ਉਹਨੂੰ ਕਿਹਾ ਵੀ ਤੂੰ ਅਸਤੀਫਾ ਨਾ ਦੇ, ਤੂੰ ਆਪਣੇ ਦਫ਼ਤਰ ਜਾ ਕੇ ਬੈਠ, ਮੈਂ ਇਹਦਾ ਬੰਦੋਬਸਤ ਕਰਦਾ। ਸੁਖਬੀਰ ਸਿੰਘ ਬਾਦਲ ਨੇ ਫਿਰ ਸਰਸੇ ਨੂੰ ਜਿਹੜਾ ਸੀ ਉਹ ਇੱਕ ਬੁਲਾਰਾ ਬਣਾਤਾ ਅਕਾਲੀ ਦਲ ਦਾ, ਨਾਲ ਕੈਬਨਿਟ ਰੈਂਕ ਦੇ ਕੇ ਸਹੂਲਤਾਂ ਦੇ ਕੇ ਚੰਡੀਗੜ੍ਹ ਬਿਠਾਤਾ ਵੀ ਲੈ ਤੂੰ ਇੱਥੇ ਕੰਮ ਕਰ। ਉਹ ਸਰਸਾ ਇੱਥੇ ਆ ਗਿਆ ਤੇ ਮਨਜੀਤ ਸਿੰਘ ਜੀਕੇ ਕੰਮ ਚਲਾਉਂਦਾ ਰਿਹਾ ਜੀ। ਲੇਕਿਨ 2017 ਦੀਆਂ ਜਦੋਂ ਚੋਣਾਂ ਹੋਈਆਂ ਨੇ ਬਾਦਲਾਂ ਦੀ ਕੋਈ ਤਸਵੀਰ ਨਹੀਂ ਲੱਗੀ ਕਿਸੇ ਵੀ ਬੋਰਡ ਦੇ ਉੱਤੇ। ਹਰ ਬੋਰਡ ਦੇ ਉੱਤੇ ਮਨਜੀਤ ਸਿੰਘ ਜੀਕੇ ਦੀ ਤੇ ਉਮੀਦਵਾਰ ਦੀ ਤਸਵੀਰ ਹੁੰਦੀ ਸੀਗੀ ਜੀ। ਉਸੇ ਦਿਨ ਇਹ ਪਤਾ ਲੱਗ ਗਿਆ ਸੀ ਮਨਜੀਤ ਸਿੰਘ ਜੀਕੇ ਦੇ ਅਕਾਲੀ ਦਲ ਬਾਦਲ 'ਚ ਥੋੜ੍ਹੇ ਦਿਨ ਆ ਵਧਦੇ ਜੀ, ਕਿਉਂਕਿ ਬਾਦਲ ਆਪਣੇ ਬਰਾਬਰ ਤੇ ਕਿਸੇ ਨੂੰ ਖਲੋਣ ਨਹੀਂ ਦਿੰਦੇ ਆਪਣੀ ਪਾਰਟੀ ਦੇ ਵਿੱਚ। ਤੇ ਉਹਨੇ ਉਹ ਖਲੋਤਾ, ਇਲੈਕਸ਼ਨ ਜਿੱਤੀ ਉਹਨੇ ਜੀ। ਜਦੋਂ ਉਹਨੂੰ ਪੁੱਛਿਆ ਗਿਆ ਵੀ ਇਲੈਕਸ਼ਨ ਕਿਹਦੇ ਕਰਕੇ ਜਿੱਤ ਗਿਆ, ਮਨਜੀਤ ਸਿੰਘ ਜੀ ਕਰਕੇ ਜਿੱਤੀ ਹੈ, ਮੇਰੀ ਕਮਾਂਡ ਥੱਲੇ ਗਈ ਹੈ। ਅਕਾਲੀ ਦਲ ਬਾਦਲ ਕਹਿੰਦਾ ਅਕਾਲੀ ਦਲ ਬਾਦਲ ਤਾਂ ਹੈਗਾ ਲੇਕਿਨ ਕਮਾਂਡ ਮਨਜੀਤ ਸਿੰਘ ਜੀਕੇ ਦੀ ਸੀ, ਉਹਦੇ ਕਰਕੇ ਇਲੈਕਸ਼ਨ ਜਿੱਤੀ ਅਸੀਂ ਜੀ। ਉਹ ਵੀ ਉਹਨਾਂ ਨੂੰ ਚੁੱਭਦਾ ਸੀਗਾ। ਅਖੀਰ ਦੇ ਉੱਤੇ ਉਹਨਾਂ ਨੇ ਸਰਗਰਮੀਆਂ ਜਾਰੀ ਰੱਖੀਆਂ, ਸਰਚ ਨੂੰ ਉਭਾਰਨਾ ਸ਼ੁਰੂ ਕਰਤਾ, ਜੀਕੇ ਸੀ ਲੈਡਾਊਨ ਸ਼ੁਰੂ ਕਰ ਦਿੱਤਾ। ਅਖੀਰ ਤੇ ਇਹ ਹੋਇਆ ਵੀ ਸਰਸੇ ਨੇ ਕੋਈ ਡਾਕੂਮੈਂਟ ਜਿਹੜੇ ਸਾਡੇ ਉੱਥੇ ਸ਼ੰਟੀ ਹੈ ਮੈਂਬਰ ਹੈਗਾ ਦਿੱਲੀ ਕਮੇਟੀ ਦਾ ਉਹਨੂੰ ਦਿੱਤੇ। ਉਹਨੇ ਜਾ ਕੇ ਰਿਟਾਂ ਪਾਈਆਂ ਕੋਰਟਾਂ ਦੇ ਵਿੱਚ, ਉਹ ਕੇਸ ਅੱਜ ਅਦਾਲਤਾਂ 'ਚ ਚੱਲ ਰਹੇ ਨੇ। ਮਨਜੀਤ ਸਿੰਘ ਜੀਕੇ ਨੇ ਉਸ ਟਾਈਮ 'ਤੇ ਸਾਰੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਲੀ ਤੱਕ ਉਹਨੇ ਬਾਦਲ ਅਕਾਲੀ ਦਲ ਤੋਂ ਅਸਤੀਫਾ ਨਹੀਂ ਦਿੱਤਾ। ਹੁਣ ਮਨਜੀਤ ਸਿੰਘ ਜੀਕੇ ਨੇ ਕਿਹਾ ਵੀ ਉਹ 2 ਅਕਤੂਬਰ ਨੂੰ ਨਵੀਂ ਪਾਰਟੀ ਅਨਾਉਂਸ ਕਰਨਗੇ ਤੇ ਉਸ ਪਾਰਟੀ ਜਿਹੜੀ ਹੈ ਸਿਰਫ ਤੇ ਸਿਰਫ ਧਾਰਮਿਕ ਚੋਣਾਂ ਲੜੇਗੀ। ਮਤਲਬ ਸਿੱਧਾ ਉਹਨਾਂ ਦਾ ਨਿਸ਼ਾਨਾ ਸੀ ਵੀ ਦਿੱਲੀ ਕਮੇਟੀ ਦੀਆਂ ਅਗਲੀਆਂ ਚੋਣਾਂ ਜਿਹੜੀਆਂ 2021 ਫਰਵਰੀ 'ਚ ਹੋਣੀਆਂ ਨੇ ਉਹ ਚੋਣਾਂ ਉਹ ਜ਼ਰੂਰ ਲੜੇਗੀ। ਨਾਲ ਉਹਨੇ ਕਿਹਾ ਵੀ ਸਾਡੀ ਪਾਰਟੀ ਕੋਈ ਰਾਜਸੀ ਚੋਣ ਨਹੀਂ ਲੜੇਗੀ, ਜੇ ਕੋਈ ਉਮੀਦਵਾਰ ਲੜਨਾ ਚਾਹੇਗਾ ਦੀ ਸਪੋਰਟ ਕਰਾਂਗੇ ਅਸੀਂ ਉਹਦੀ, ਲੇਕਿਨ ਐਜ਼ ਏ ਅਹੁਦੇਦਾਰ ਸਾਡੀ ਉਹ ਕੋਈ ਵੀ ਉਮੀਦਵਾਰ ਜਿਹੜਾ ਰਾਜਸੀ ਚੋਣ ਨਹੀਂ ਲੜੇਗਾ। ਹੁਣ ਇਸ ਵੇਲੇ ਜਦੋਂ ਉਹ 2 ਤਰੀਕ ਨੂੰ ਪਾਰਟੀ ਅਨਾਉਂਸ ਕਰਨ ਜਾ ਰਹੇ ਆ ਜੀ, ਉਸ ਪਾਰਟੀ ਜਦੋਂ ਅਨਾਉਂਸ ਕਰਦੇ ਉਦੋਂ ਕਿੰਨੇ ਕੁ ਮੈਂਬਰ ਕਿੰਨੇ ਕੁ ਲੋਕ ਜੀਕੇ ਨਾਲ ਆਉਂਦੇ ਆ ਉਹ ਉਹਦਾ ਫੈਸਲਾ ਕਰੇਗਾ ਵੀ ਉਹਦਾ ਭਵਿੱਖ ਕੀ ਹੋਏਗਾ ਜੀ। ਅੱਜ ਦੀ ਡੇਟ ਦੇ ਵਿੱਚ ਜੋ ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਆ ਜੀ 25 ਤੋਂ ਲੈ ਕੇ 30 ਜਿਹੜੇ ਮੈਂਬਰ ਨੇ ਦਿੱਲੀ ਕਮੇਟੀ ਦੇ ਉਹ ਜੀਕੇ ਦੇ ਅੰਦਰ ਖਾਤੇ ਨਾਲ ਨੇ ਜੀ। ਉਹ ਕਿਉਂ ਛੱਡ ਲਿਆ? ਉਹਦਾ ਕਾਰਨ ਇਹ ਆ ਵੀ ਦਿੱਲੀ ਕਮੇਟੀ ਨੇ ਕਿਹਾ ਵੀ ਇੱਕ ਮੈਂਬਰ ਨੂੰ ਸਾਲ ਦਾ 6 ਲੱਖ ਰੁਪਏ ਦਿੱਤਾ ਜਾਵੇਗਾ। ਉਹ ਕਿਸੇ ਗਰੀਬ ਦੀ ਸਹਾਇਤਾ ਕਰਨੀ ਚਾਹੇ, ਉਹ ਕਿਸੇ ਸਕੂਲ ਦੀ ਸਹਾਇਤਾ ਕਰਨੀ ਚਾਹੇ, ਉਹ ਕਿਸੇ ਗੁਰਦੁਆਰੇ ਨੂੰ ਜਿਹੜੀ ਕੋਈ ਇਮਾਰਤ ਠੀਕ ਕਰਨਾ ਚਾਹੇ ਜੀ, ਉਹ ਆਪਣੇ ਲੈਵਲ ਤੇ ਕਰਵਾ ਸਕਦਾ ਵਾ ਜੀ। ਮੈਂਬਰਾਂ ਨੂੰ ਇਹ ਆ ਵੀ ਅਜੇ 1 ਸਾਲ ਪਿਆ ਵਾ, ਜੇ ਹੁਣ ਅਸੀਂ ਬਗਾਵਤ ਕਰਕੇ ਗਏ ਤੇ ਸਾਡਾ ਉਹ 6 ਲੱਖ ਰੁਪਇਆ ਮਹੀਨੇ ਦਾ ਮਰਨਾ ਸ਼ੁਰੂ ਹੋ ਜਾਣਾ ਵਾ। ਜਿਹਦੇ ਕਰਕੇ ਜੇ ਜੀਕੇ ਨੇ ਮੈਨੂੰ ਕਿਹਾ ਵੀ ਤੁਸੀਂ ਤੁਰੇ ਚਲੋ, ਕੋਈ ਗੱਲ ਨਹੀਂ, 1 ਸਾਲ ਪੂਰਾ ਪਿਆ, 1 ਸਾਲ ਤੋਂ ਬਾਅਦ ਗੱਲ ਕਰਾਂਗੇ ਕੀ ਨਹੀਂ ਕਰਨਾ ਜੀ। ਲੇਕਿਨ ਫਿਰ ਵੀ ਕੁਝ ਜਿਹੜੇ ਨਾਲ ਦੇ ਸਾਥੀ ਨੇ ਜੀਕੇ ਦੇ ਜੀ, ਜੇ ਕਿਤੇ ਉਸ ਦਿਨ 15-20 ਮੈਂਬਰ ਉਹਦੀ ਮੀਟਿੰਗ ਦੇ ਵਿੱਚ ਆ ਗਏ ਤੇ 1 ਸਾਲ ਤੋਂ ਪਹਿਲਾਂ ਵੀ ਸਮੀਕਰਨ ਬਦਲ ਸਕਦੇ ਜੀ। ਸੋ ਬਿਲਕੁਲ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਭੱਟੀ, ਜਿਨ੍ਹਾਂ ਨੇ ਸਾਡੇ ਨਾਲ ਖਬਰਾਂ ਦੇ ਉੱਤੇ ਚਰਚਾ ਕੀਤੀ ਤੇ ਬੜੀਆਂ ਅਹਿਮ ਖਬਰਾਂ ਜਿਹੜੀਆਂ ਆ ਉਹ ਦਰਸ਼ਕਾਂ ਤੱਕ ਪਹੁੰਚਾਈਆਂ ਨੇ। ਸੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਤੁਹਾਡੇ ਤੋਂ ਆਗਿਆ ਚਾਹਾਂਗੇ, ਇੱਥੇ ਹੀ ਬੁਲਾਉਂਦੇ ਆ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।